Good morning, dear students. Students, we are starting the channel on YouTube for the chemistry subject, especially for plus 2 classes. ਇਸ ਚੈਨਲ ਦੇ ਵਿੱਚ ਸਿਰਫ ਅਸੀਂ ਪਲੱਸ 2 ਕਲਾਸਿਸ ਜਿਹੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਰਿਲੇਟਡ ਸਾਰੇ ਕੈਮਿਸਟਰੀ ਦੇ ਕੁਐਸਚਨ ਆਨਸਰ ਕੈਮਿਸਟਰੀ ਦੀ ਜੋ ਸਿਲੇਬਸ ਹੋਏਗਾ ਉਹ ਸਾਰਾ ਕਵਰ ਕਰਾਂਗੇ। ਜਿਸ ਤਰ੍ਹਾਂ ਬੱਚੇ ਤੁਸੀਂ ਦੇਖ ਰਹੇ ਹੋ ਕਿ ਕੈਮਿਸਟਰੀ ਸਿਲੇਬਸ ਦੇ ਵਿੱਚ 2023 ਦੇ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਸਿਲੇਬਸ ਕਾਫੀ ਡਿਕਰੀਜ਼ ਕਰ ਦਿੱਤਾ ਹੈ, ਰਿਡਿਊਸ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਸਿਰਫ ਸਾਡੇ ਕੋਲ 10 ਚੈਪਟਰ ਬਚਦੇ ਨੇ ਅਤੇ 70 ਮਾਰਕਸ ਦਾ ਪੇਪਰ ਜਿਹੜਾ ਥਿਊਰੀ ਦਾ ਹੋਏਗਾ, ਬਾਕੀ ਪ੍ਰੈਕਟੀਕਲ 25 ਮਾਰਕਸ ਹੋਣਗੇ ਅਤੇ 5 ਮਾਰਕਸ ਜਿਹੜੀ ਹੈ ਇੰਟਰਨਲ ਅਸੈਸਮੈਂਟ ਹੁੰਦੀ ਹੈ, ਸਕੂਲ ਬੇਸਡ ਹੁੰਦੀ ਹੈ। ਟੋਟਲ 100 ਮਾਰਕਸ ਹੁੰਦੇ ਆ। ਪਿਛਲੇ ਲਾਸਟ ਕੁਛ ਸਾਲਾਂ ਦੀ ਗੱਲ ਕੀਤੀ ਜਾਏ ਤਾਂ ਸਾਰੇ ਈਅਰ ਦੇ ਵਿੱਚ ਜਿਹੜਾ ਹੈਗਾ ਕੈਮਿਸਟਰੀ ਦੀ ਪਰਸੈਂਟੇਜ 99 ਪੁਆਇੰਟ ਸਮਥਿੰਗ ਚੱਲ ਰਹੀ ਹੈ। ਇਟ ਮੀਨਸ ਕਿ ਇਹ ਕੈਮਿਸਟਰੀ ਦੇ ਪੇਪਰ ਦੇ ਵਿੱਚ ਇੱਕ ਤਾਂ ਸਭ ਬੱਚੇ ਮਿਹਨਤ ਵੀ ਪੂਰੀ ਕਰਦੇ ਆ, ਫੁੱਲ ਐਫਰਟ ਕਰਦੇ ਆ ਅਤੇ ਇਸ ਕਰਕੇ ਟੀਚਰ ਵੀ ਉਹਨਾਂ ਦੀ ਜਿਹੜੀ ਹੈ ਐਫਰਟ ਪੂਰੀ ਤਰ੍ਹਾਂ ਦੋਨਾਂ ਦੀ ਕੰਬਾਈਨ ਐਫਰਟ ਜਦੋਂ ਕਵਰ ਹੁੰਦੀ ਹੈ ਤਾਂ ਬਹੁਤ ਵਧੀਆ ਰਿਜ਼ਲਟ ਆਉਂਦੇ ਆ। ਇਸੇ ਤਰ੍ਹਾਂ ਟੀਚਰ ਅਤੇ ਸਟੂਡੈਂਟ ਦੋਨਾਂ ਨੂੰ ਬੈਨੀਫਿਟ ਜਾਂਦਾ ਹੈ ਅਤੇ ਬੱਚਿਆਂ ਦੇ ਪੇਰੈਂਟਸ ਨੂੰ ਵੀ ਰਿਗਾਰਡ ਇਹਦਾ ਮਿਲਦਾ ਹੈ। ਜਿਸ ਤਰ੍ਹਾਂ ਅਸੀਂ ਦੇਖੀਏ ਕਿ ਕੈਮਿਸਟਰੀ ਦਾ ਪੇਪਰ ਹੈ ਪਲੱਸ 2 ਦਾ 3 ਘੰਟੇ ਦਾ ਹੁੰਦਾ ਹੈ ਅਤੇ ਸਿਲੇਬਸ ਦੀ ਅਗਰ ਗੱਲ ਕਰਦੇ ਤਾਂ ਸਭ ਤੋਂ ਪਹਿਲਾ ਯੂਨਿਟ ਹੈ ਦੈਟ ਇਜ਼ ਅ ਸੋਲੂਸ਼ਨ ਹੈਗਾ। ਸੋਲੂਸ਼ਨ ਚੈਪਟਰ ਦੇ ਵਿੱਚ ਜਿਹੜੇ ਹੈਗੇ ਆ ਟਾਈਪਸ ਆਫ ਸੋਲੂਸ਼ਨ ਹੈ ਜਾਂ ਐਕਸਪ੍ਰੈਸ਼ਨ ਆਫ ਕੰਸਨਟ੍ਰੇਸ਼ਨ ਆਫ ਸੋਲੂਸ਼ਨ ਆਫ ਸੋਲਿਡ ਇਨ ਲਿਕੁਇਡ ਹੈ, ਸੋਲੂਬਿਲਿਟੀ ਗੈਸਿਸ ਹੈ, qualitative properties है, relative lowering in vapor pressure है, Rolls law, elevation boiling point है, depression freezing point है, osmotic pressure है, determination of molecular mass using qualitative properties है, abnormal molar mass है ਤੇ want factor है। देखो बच्चों आ सारा चैप्टर हैगा सोल्यूशन। ਮੋਸਟ ਪ੍ਰੋਬਬਲੀ ਅਗਰ ਆਪਾਂ ਇਹਨੂੰ ਇੱਕ ਬਲੂਪ੍ਰਿੰਟ ਜੋ ਕੁਛ ਸਾਨੂੰ ਬੋਰਡ ਨੇ ਪ੍ਰੋਵਾਈਡ ਕੀਤਾ ਉਹਦੇ ਅਕੋਰਡਿੰਗ ਆਪਾਂ ਦੇਖਿਆ ਜਾਏ ਤਾਂ ਸਾਨੂੰ ਇਹਨਾਂ ਚੈਪਟਰ ਦੇ ਵਿੱਚੋਂ ਜਿਹੜੇ ਮੋਸਟਲੀ ਹੈਗੇ ਨੁਮੈਰੀਕਲ ਬੇਸ ਚੈਪਟਰ ਹੈਗੇ ਪਹਿਲੇ 3 ਚੈਪਟਰ ਦੈਟ ਇਜ਼ ਅ ਸੋਲੂਸ਼ਨ, ਇਲੈਕਟ੍ਰੋਕੈਮਿਸਟਰੀ ਅਤੇ ਕੈਮੀਕਲ ਕੈਨੇਟਿਕਸ। ਇਸ ਕਰਕੇ ਸਾਨੂੰ ਇਹਨਾਂ ਨੂੰ ਨੁਮੈਰੀਕਲ ਦੇ ਬੇਸ ਮੇਜਰ ਪਾਰਟ ਮੰਨਦੇ ਹੋਏ ਇਹਨਾਂ ਸੋਲੂਸ਼ਨ ਨੂੰ ਕਵਰ ਕਰਨਾ ਹੈ ਤਾਂ ਕਿ ਸਾਡੇ ਬੋਰਡ ਦੇ ਵਿੱਚ 100 ਦੇ 100% ਜਿਹੜਾ ਹੈਗਾ ਰਿਜ਼ਲਟ ਇਹਨਾਂ ਚੈਪਟਰ ਦੇ ਵਿੱਚੋਂ ਸਾਨੂੰ ਮਿਲੇ ਤਾਂ ਮੈਕਸਿਮਮ ਮਾਰਕਸ ਆਵੇ। ਕਿਉਂਕਿ ਨੁਮੈਰੀਕਲ ਦੇ ਵਿੱਚ ਜਿਸ ਬੱਚੇ ਦੇ ਮਾਰਕਸ ਪੂਰੇ ਹੁੰਦੇ ਆ ਤਾਂ ਇਟ ਮੀਨਸ ਕਿ ਉਹ ਫੁੱਲ ਮਾਰਕਸ 100 ਆਊਟ ਆਫ 100 ਗੇਨ ਕਰ ਸਕਦਾ। ਠੀਕ ਹੈ, ਤੋ ਅਸੀਂ ਪੂਰੀ ਐਫਰਟ ਕਰਾਂਗੇ ਸਾਰੇ ਬੱਚੇ ਦੇ ਨਾਲ ਰਲ ਕੇ ਕਿ 100 ਦੇ 100 ਜਿਹੜੇ ਮਾਰਕਸ ਹੈਗੇ ਆ ਉਹ ਪੂਰੇ ਗੇਨ ਕੀਤੇ ਜਾਣ। ਉਹਦੇ ਲਈ ਦੇਖੋ ਇਸ ਤੋਂ ਇਲਾਵਾ ਹੈਗਾ ਸੈਕਿੰਡ ਚੈਪਟਰ ਹੈਗਾ ਦੈਟ ਇਜ਼ ਇਲੈਕਟ੍ਰੋਕੈਮਿਸਟਰੀ ਹੈ, redox reaction है, conductance in electrolytic solution है, specific and molar conductivity है, variation of conductivity है with concentration है, Colrush law, laws of electrolysis है, dry cell and galvanic cell, lead accumulator है, EMF of cell है, standard electropotential है, Nernst equation है and application of chemical cells है, fuel cell है, corrosion है, relation between Gibbs energy and EMF of a cell। देखो फर्स्ट चैप्टर सीगा साढ़े तो सोल्यूशन मोस्ट प्रोबेबली ਜਿਹੜੇ ਨੁਮੈਰੀਕਲ ਹੈ ਦੈਟ ਇਜ਼ ਬੇਸਡ ਅਪੋਨ ਦਾ ਐਲੀਵੇਸ਼ਨ ਬੋਇਲਿੰਗ ਪੁਆਇੰਟ ਜਾਂ ਡਿਪਰੈਸ਼ਨ ਫਿਜ਼ਿੰਗ ਪੁਆਇੰਟ ਹੈ ਜਾਂ ਫਿਰ ਕੁਆਲੀਟੇਟਿਵ ਪ੍ਰੋਪਰਟੀ ਦੇ ਵਿੱਚ ਜਿੱਦਾਂ ਅਬਨੋਰਮਲ ਵਾਂਟ ਹਾਫ ਫੈਕਟਰ ਦੇ ਉੱਤੇ ਸਪੈਸ਼ਲੀ ਨੁਮੈਰੀਕਲ ਮਿਲ ਜਾਂਦੇ ਸਾਨੂੰ। ਠੀਕ ਹੈ, ਰੋਲਸ ਲੋ ਦੇ ਉੱਤੇ ਨੁਮੈਰੀਕਲ ਮਿਲ ਜਾਂਦੇ ਆ। ਮੋਲ ਫ੍ਰੈਕਸ਼ਨ ਦਾ ਲਾਸਟ ਦੇਖਿਆ ਜਾਏ ਉਹ ਵੀ ਹੱਲ ਕਰਕੇ ਤੁਹਾਨੂੰ ਜ਼ਰੂਰ ਦਿਖਾਇਆ ਜਾਏਗਾ ਪੂਰਾ ਪੇਪਰ ਜਿਹੜਾ ਹੈਗਾ ਉਹਦੇ ਵਿੱਚ ਵੀ ਨੁਮੈਰੀਕਲ ਸਿੰਪਲ ਮੋਲ ਫ੍ਰੈਕਸ਼ਨ ਦੇ ਮੋਲੈਲਿਟੀ ਦੇ ਉੱਤੇ ਨੁਮੈਰੀਕਲ ਜਿਸ ਤਰ੍ਹਾਂ ਆਏ ਸੀਗੇ ਉਹ ਵਾਲੇ। ਸੈਕਿੰਡ ਚੈਪਟਰ ਜਿਸ ਤਰ੍ਹਾਂ ਇਲੈਕਟ੍ਰੋਕੈਮਿਸਟਰੀ ਹੈ ਇਹਦੇ ਵਿੱਚ ਦੇਖਿਆ ਜਾਏ ਅਗਰ MCQ ਬੇਸ ਦੀ ਗੱਲ ਕੀਤੀ ਜਾਏ ਤਾਂ ਮੋਸਟ ਪ੍ਰੋਬੇਬਲੀ ਦੈਟ ਇਜ਼ ਕੋਲਰਸ਼ ਲਾ ਦੇ ਉੱਤੇ ਹੁੰਦਾ, ਕੰਡਕਟੀਵਿਟੀ ਵੈਲਿਊ ਦੇ ਉੱਤੇ ਹੁੰਦਾ ਹੈ ਅਤੇ ਜਾਂ ਫਿਰ ਸਿੰਪਲੈਸਟ ਸੈੱਲ ਇਕੁਏਸ਼ਨ ਦੇ ਉੱਤੇ ਮੇਜਰਲੀ ਜਿਹੜੇ ਹੈਗੇ ਆ ਨੁਮੈਰੀਕਲ ਹੁੰਦੇ ਆ ਜਾਂ ਨਰਨਸ ਇਕੁਏਸ਼ਨ ਦਾ ਸਿੰਪਲ ਨੁਮੈਰੀਕਲ ਕੋਈ ਨਾ ਕੋਈ ਨੁਮੈਰੀਕਲ ਹੁੰਦਾ ਗਾ ਜਿਹਦੇ ਵਿੱਚ ਇਨੋਟ ਸੈੱਲ ਕੈਲਕੂਲੇਸ਼ਨ ਕਰਨੀ ਹੈ ਜਾਂ ਫਿਰ ਰਿਲੇਸ਼ਨ ਬਿਟਵੀਨ ਗਿਵਜ਼ ਐਨਰਜੀ ਅਤੇ EMF ਆਫ ਏ ਸੈੱਲ। ਅਤੇ ਜਿਹੜਾ ਮੋਸਟ ਪ੍ਰੋਬੇਬਲੀ ਦੈਟ ਇਜ਼ ਅ ਕੰਡਕਟੀਵਿਟੀ ਐਂਡ ਕੋਲਰਸ਼ ਲਾ ਅਤੇ ਨਰਨਸ ਇਕੁਏਸ਼ਨ ਇਸ ਚੈਪਟਰ ਦੇ ਵਿੱਚ ਇੰਪੋਰਟੈਂਟ 3 ਪਾਰਟ ਹੈਗੇ ਆ ਜਿਹਦੇ ਉੱਤੇ ਮੋਸਟ ਪ੍ਰੋਬੇਬਲੀ ਪੇਪਰ ਹੁੰਦਾ ਹੈ। ਅਗਰ ਨੈਕਸਟ ਕਰੀਏ ਦੈਟ ਇਜ਼ ਏ ਕੈਮੀਕਲ ਕੈਨੇਟਿਕਸ ਥਰਡ ਚੈਪਟਰ ਦੈਟ ਇਜ਼ ਇਹਦੇ ਵਿੱਚ ਹੈਗਾ ਸਾਰਿਆਂ ਨੂੰ ਪਤਾ ਹੈ ਕਿ ਰੇਟ ਆਫ ਰਿਐਕਸ਼ਨ ਹੈ, ਐਵਰੇਜ ਇੰਸਟੈਂਟੇਨੀਅਸ ਰੇਟ ਹੈ, ਫੈਕਟਰ ਡਿਪੈਂਡਿੰਗ ਹੈ, ऑर्डर है, मॉलिकुलरिटी है, रेट लॉ है, स्पेसिफिक रेट कॉन्स्टेंट है, हाफ लाइफ पीरियड है, कॉन्सेप्ट ऑफ कोलिजन है, एक्टिवेशन एनर्जी है, आर्हेनियस इक्वेशन है। इस चैप्टर जिस तरह हुणे आपां गल करदे कि नूमैरीकल बेस चैप्टर है तो इस चैप्टर दे विचों भी सब तो इंपॉर्टेंट चीज़ हैगी है नूमैरीकल। तो नूमैरीकल शुड बी बेस्ड अपॉन द रेट ऑफ रिएक्शन। ठीक है जी,
एंड टू कैलकुलेट द ऑर्डर ऑफ ए रिएक्शन ਜਾਂ ਫਿਰ ਹਾਫ ਲਾਈਫ ਪੀਰੀਅਡ। ਇਹੀ 3 ਬੇਸਿਕ ਪਾਰਟ ਹੈਗੇ ਆ ਜਿਨ੍ਹਾਂ ਦੇ ਉੱਤੇ ਨਿਊਮੈਰੀਕਲ ਬਣਦੇ ਆ। ਬਾਕੀ ਜਿਹੜੇ ਹੈਗੇ ਆ ਐਕਟੀਵੇਸ਼ਨ એનર્ਜੀ ਹੈ ਜਾਂ ਫਿਰ ਰੇਟ ਆਫ ਰਿਐਕਸ਼ਨ ਫਾਈਂਡ ਆਊਟ ਕਰਨਾ ਜਾਂ ਆਰਡਰ ਮੋਲੀਕੂਲੈਰਿਟੀ ਫਾਈਂਡ ਆਊਟ ਕਰਨੀ ਹੈ। ਕੁਝ ਵੱਡੇ ਨਿਊਮੈਰੀਕਲ ਵੀ ਇਸ ਚੈਪਟਰ ਦੇ ਵਿੱਚੋਂ ਈਜ਼ੀਲੀ ਬਣ ਜਾਂਦੇ ਆ ਇਹਨਾਂ ਟੌਪਿਕ ਦੇ। ਠੀਕ ਹੈ ਜੀ। ਨੈਕਸਟ ਚੈਪਟਰ ਗੱਲ ਕੀਤੀ ਜਾਏ, 4th ਚੈਪਟਰ ਹੈ ਸਾਡੇ ਕੋਲ ਡੀ ਐਂਡ ਐਫ ਬਲੋਕ ਐਲੀਮੈਂਟ ਹੈ, ਜਿਹਦੇ ਵਿੱਚ ਜਨਰਲ ਇੰਟਰੋਡਕਸ਼ਨ ਹੈ, इलेक्ट्रॉनिक कन्फिग्रेशन है, अकरेंस है, करैक्टरिस्टिक्स ऑफ ट्रांजिशन मेटल है, जनरल ट्रेंड है, प्रॉपर्टीज़ है, फर्स्ट रो ट्रांजिशन मेटल है, करैक्टरिस्टिक्स है, आयनाइजेशन एंथैल्पी है, ऑक्सीडेशन स्टेट है, आयनिक रेडियाई, कलर, इलेक्ट्रॉनिक कन्फिग्रेशन है, ऑक्सीडेशन स्टेट है, केमिकल रिएक्टिविटी है, अनलेंथ एंड कंट्रैक्शन कॉन्सिक्वेंस। देखो डी एंड एफ लोक एलीमेंट शुरू तो ही स्टार्टिंग तो ही साढ़े कोल 5 मार्क्स का ये चैप्टर लगातार कंटिन्यूटी के आ रहा, तो इस चैप्टर के 5 मार्क्स का चैप्टर जिस तरह का मोस्ट प्रोबेबली ये की हैगा सानू सारिਆਂ ਨੂੰ पता है कि ये सानू की मिल जाते हैं, जनरली मिल जाते हैं ये सानू क्वेश्चन जोड़े है ट्रांजिशन मैटल के उत्ते, मोस्टली ट्रांजिशन मैटल है जिस तरह तो लेंथेनाइड कंट्रैक्शन के उत्ते ट्रांजिशन मैटल है, कलर शो करते हैं ਜਾਂ ਕੰਪਲੈਕਸ ਬਣਾਉਂਦੇ ਆ ਜਾਂ ਕੈਟਾਲਿਟਿਕ ਪ੍ਰੋਪਰਟੀ ਹੈ ਉਹਨਾਂ ਦੀਆਂ ਜਾਂ ਉਹਨਾਂ ਦੇ ਵਿਚਕਾਰ ਜਿਹੜੇ ਇੰਟਰਸਟੀਸ਼ੀਅਲ ਕੰਪਾਊਂਡ ਫਾਰਮੇਸ਼ਨ ਹੈ ਜਾਂ ਕੰਪਲੈਕਸ ਫਾਰਮੇਸ਼ਨ ਦੀ ਟੈਂਡੈਂਸੀ ਹੈ, ਆਕਸੀਡੇਸ਼ਨ ਸਟੇਟ ਹੈ, ਮੈਟੈਲਿਕ ਕਰੈਕਟਰ ਹੈ ਜਾਂ ਫਿਰ ਪੈਰਾਮੈਗਨੈਟਿਕ ਤੇ ਡਾਇਮੈਗਨੈਟਿਕ ਹੈ, ਮੈਗਨੈਟਿਕ ਮੂਵਮੈਂਟ ਹੈ। ਇਹ ਵਾਲੇ ਮੋਸਟਲੀ ਕੁਐਸਚਨ ਇਹਦੇ ਵਿੱਚੋਂ ਹੁੰਦੇ ਆ ਟਰਾਂਜੀਸ਼ਨ ਮੈਟਲ ਦੇ। ਤੇ ਜਾਂ ਫਿਰ ਲੈਂਥੇਨਾਈਡ ਕੰਟਰੈਕਸ਼ਨ ਹੈ, ਕੋਜ਼ ਹੈ ਐਂਡ ਕਨਸੀਕੁਐਂਸਿਸ ਹੈ ਜਿਹੜੇ ਸਾਨੂੰ ਇਹ ਪੇਪਰ ਦੇ ਵਿੱਚ ਮੋਸਟਲੀ ਪੁੱਛੇ ਜਾਂਦੇ ਆ। ठीक है जी। एंड एक्टिनाइड सीरीज़ है। इस तो बाद है कोआर्डिनेशन कंपाउंड जोड़ा 5th चैप्टर साढ़े को आ जाता। कोआर्डिनेशन कंपाउंड है, इंट्रोडक्शन है, लिगेंड है, कोआर्डिनेशन नंबर है, कलर है, मैग्नेटिक प्रॉपर्टीज़ है, शेप है, आईयूपैक नोमेनक्लेचर है, कोआर्डिनेशन कंपाउंड है, बॉन्डिंग है, वर्नर थ्योरी है, बीवीटी है, वैलेंस बॉन्ड थ्योरी है, क्रिस्टल फील्ड थ्योरी है, आइसोमराइजेशन है, इंपोर्टेंस ऑफ कोआर्डिनेशन कंपाउंड है एंड एक्सट्रैक्शन ऑफ मैटल एंड बायोलॉजिकल सिस्टम्स है। ਹੁਣ ਮੋਸਟ ਪ੍ਰੋਬੇਬਲੀ ਅਗਰ ਗੱਲ ਕੀਤੀ ਜਾਏ ਕੋਆਰਡੀਨੇਸ਼ਨ ਕੰਪਾਊਂਡ ਦੀ ਤਾਂ ਇਸ ਚੈਪਟਰ ਦੇ ਵਿੱਚੋਂ ਸਾਡੇ ਕੋਲ ਬੇਸਿਕ ਡੈਫੀਨੇਸ਼ਨ ਜਿਹੜੀਆਂ ਹੈਗੀਆਂ ਉਹ ਪੁੱਛੀਆਂ ਜਾਂਦੀਆਂ ਜਾਂ ਫਿਰ ਨਾਲ ਗੱਲ ਕੀਤੀ ਜਾਏ ਆਈਯੂਪੈਕ ਨੋਮਨਕਲੇਚਰ ਮੋਸਟ ਇੰਪੋਰਟੈਂਟ ਪਾਰਟ ਹੈਗਾ ਜਿਹਦੇ ਵਿੱਚੋਂ ਕੁਐਸਚਨ ਹਮੇਸ਼ਾ ਪੁੱਛੇ ਜਾਂਦੇ ਆ। ਇਹਦੇ ਵਿੱਚੋਂ ਇਹੀ 2 ਟੌਪਿਕ ਮੇਜਰ ਟੌਪਿਕ ਹੈ ਜਿਹੜੇ ਹੈਗੇ ਆ, ਇਹਨਾਂ ਦੇ ਪ੍ਰੋਪਰਟੀਜ਼ ਹੈਗੀਆਂ, ਜਿਹੜੇ ਬੇਸਿਕ ਡੈਫੀਨੇਸ਼ਨਸ ਹੈਗੀਆਂ ਤੇ ਆਈਯੂਪੈਕ ਨੇਮਿੰਗ ਹੈਗੀ ਹੈ। ਮੋਸਟ ਪ੍ਰੋਬੇਬਲੀ ਇਹੀ ਪੇਪਰ ਦੇ ਵਿੱਚ ਬਾਰ ਪੁੱਛੀਆਂ ਗਈਆਂ ਅੱਜ ਦਿਨ ਤੱਕ ਤੇ ਇੱਕ ਸੈਕਸ਼ਨ ਦੇ ਕੁਝ ਮੈਥਡ ਹੈਗੇ ਆ। ठीक है, इस करके असी इनू भी चंगी तरह डिस्कस करांगे। ठीक है जी। नैक्सट चैप्टर आ जाता हैलोअल्केन एंड हैलोअरीन। दिस इज़ द वन ऑफ द मोस्ट इंपोर्टेंट एंड ईजी टॉपिक ऑफ द ऑर्गैनिक केमिस्ट्री। ਆਪਾਂ ਸਾਰਿਆਂ ਨੇ ਬਿਲਕੁਲ ਮੋਸਟਲੀ ਬੱਚਿਆਂ ਨੂੰ ਕੀ ਹੈ, ਆਰਗੈਨਿਕ ਕੈਮਿਸਟਰੀ ਹੀ ਸਭ ਤੋਂ ਜ਼ਿਆਦਾ ਟਫ ਸਬਜੈਕਟ ਲੱਗਦੀ ਹੈ। ਬਟ ਆਪਾਂ ਟਫ ਨਹੀਂ ਇਹਨੂੰ ਸਮਝਣਾ, ਆਪਾਂ ਇਸ ਨੂੰ ਜਿਹੜਾ ਹੈਗਾ ਬਹੁਤ ਈਜ਼ੀ ਕਰਕੇ ਕੰਮ ਕਰਾਂਗੇ। ਇਹਦੇ ਵਿੱਚ ਨੋਮਨਕਲੇਚਰ ਹੈ, ਜਿਸ ਤਰ੍ਹਾਂ ਰਿਐਕਸ਼ਨਸ ਹੈ, ਆਪਟੀਕਲ ਆਈਸੋਮਰਿਜ਼ਮ ਹੈ, ਹੈਲੋਅਲਕੇਨ ਹੈ ਅਤੇ ਹੈਲੋਅਰੀਨ 2 ਪਾਰਟ ਹੈਗੇ ਆ ਇਹਦੇ ਵਿੱਚ। ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਆਪਾਂ ਕਰਾਂਗੇ। ਇਹਦੇ ਨਾਲ ਰਿਲੇਟਡ ਨਾਲੇ ਇਨਵਾਇਰਮੈਂਟਲ ਇਫੈਕਟ ਹੈ ਅਤੇ ਇਹਦੇ 'ਤੇ ਕੁਐਸਚਨ ਜਿਹੜੇ ਹੈਗੇ ਉਹ ਸਾਰੇ ਕਰਾਂਗੇ। ਅਗਰ ਦੇਖਿਆ ਜਾਵੇ ਇਹਨਾਂ ਦੇ ਵਿੱਚੋਂ ਇਸ ਚੈਪਟਰ 5 ਮਾਰਕਸ ਦਾ ਅਗੇਨ ਇਸੇ ਤਰ੍ਹਾਂ ਹੁੰਦਾ, ਵੱਡਾ ਕੁਐਸਚਨ ਇਹਦੇ ਵਿੱਚੋਂ ਹੁੰਦਾ ਹੀ ਹੁੰਦਾ। ਤਾਂ ਮੋਸਟਲੀ ਇਹਦੇ ਵਿੱਚੋਂ ਨੇਮਿੰਗ ਰਿਐਕਸ਼ਨ ਜਿਹੜੀਆਂ ਹੈਗੀਆਂ ਵਨ ਆਫ ਦਾ ਮੋਸਟ ਇੰਪੋਰਟੈਂਟ ਪਾਰਟ ਹੈਗਾ। ਨੇਮਿੰਗ ਰਿਐਕਸ਼ਨ ਹੀ ਪੇਪਰ ਦੇ ਵਿੱਚ ਹੁੰਦੀਆਂ ਹਮੇਸ਼ਾ ਦੇ ਲਈ। ठीक है जी। तो सैकेंड पार्ट ये कुछ एक डेफिनेशन है, जिस तरह ऑप्टिकल रोटेशन है, स्पैसीफिक रोटेशन है, ਜਾਂ कुछ कैमिकल रिएक्शनस वगैरह होंगे जोड़े मोस्टली पूछे जाते हैं, वो आप करांगे ये बारे। ठीक है जी। ये नाल देखा जाए नैक्सट चैप्टर साढ़े को आ जाता, दैट इज़ द अल्कोहल फिनोल एंड ईथर। दैट इज़ द 7th चैप्टर आ जाता साढ़े को। अल्कोहल फिनोल ईथर है। अगेन ये देखा जाए अल्कोहल फिनोल नोमनक्लेचर है, मैथड ऑफ प्रैपरेशन है, फिजिकल तो कैमिकल प्रॉपर्टीज़ है, आइडेंटिफिकेशन ऑफ प्राइमरी सेकेंडरी एंड टर्शियरी अल्कोहल है, मैकेनिज्म ऑफ डिहाइड्रेशन है, यूज़ है विद स्पैसीफिक रेफरेंस टू मिथेनॉल एंड इथेनॉल है एंड फिनोल है तो फिर ईथर है। फिनोल के देखो नोमनक्लेचर है, प्रैपरेशन है, फिजिकल कैमिकल प्रॉपर्टीज़ है, इलेक्ट्रोफिलिक सब्सटीट्यूशन है, यूज़ ऑफ फिनोल है एंड नोमनक्लेचर है, मैथड ऑफ प्रैपरेशन ऑफ फिजिकल एंड कैमिकल प्रॉपर्टीज़ तो यूज़ है। ठीक है, दिस इज़ द अल्कोहल फिनोल ईथर है। मोस्टली ये भी 2-3 नंबर का चैप्टर जरूर होंदा है। तो ये मोस्टली जो 3 मार्क्स का क्वेश्चन एक विक्टर मियर टेस्ट, दैट इज़ ए प्राइमरी सेकेंडरी तो टर्शरी अल्कोहल की डिटेक्शन का वन ऑफ द मोस्ट इंपोर्टेंट क्वेश्चन है, बार बार जो पूछा जाता है, ਜਾਂ फिर ये एसिडिक नेचर। ठीक है जी। सिमिलरली इस तरह साढ़े को अगर देखा जाए
ਤਾਂ ਫਿਨੋਲ ਦੇ ਵਿੱਚੋਂ ਵੀ ਮੈਥਡ ਆਫ ਪ੍ਰੈਪਰੇਸ਼ਨ ਹੈ ਜਾਂ ਕੁਛ ਰਿਐਕਸ਼ਨ ਹੈ ਫਿਨੋਲ ਦੀਆਂ, ਐਨ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਦੈਟ ਇਜ਼ ਦਾ ਐਸਿਡਿਕ ਕੁਐਸਚਨ ਜਿਹੜਾ ਐਸਿਡਿਕ ਹੈ ਫਿਨੋਲ ਆਰ ਮੋਰ ਐਸਿਡਿਕ, ਜਿਹੜਾ ਵਨ ਆਫ ਦਾ ਮੋਸਟ ਇੰਪੋਰਟੈਂਟ ਹੈ ਡਿਊ ਟੂ ਦੇਅਰ ਰੈਜ਼ੋਨੇਟਿਕ ਸਟਰਕਚਰ ਹੈ। ਇਹ ਕੁਐਸਚਨ ਬਾਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ, ਇਹ ਮੋਸਟ ਇੰਪੋਰਟੈਂਟ ਹੈਗਾ। ਅਤੇ ਈਥਰ ਦੇ ਵਿੱਚ ਪੁੱਛਿਆ ਜਾਵੇ ਤਾਂ ਈਥਰ ਦੇ ਵਿੱਚ ਮੋਸਟਲੀ ਉਹਨਾਂ ਦਾ ਈਥਰ ਦੇ ਵਿੱਚ ਬੌਂਡ ਐਂਗਲ ਦਾ ਕੁਐਸਚਨ ਬਣਦਾ, ਜਾਂ ਸਿਮੈਟ੍ਰੀਕਲ ਅਲਕਾਈਲ ਗਰੁੱਪ ਹੁੰਦੇ ਆ ਸਰਾਊਂਡਡ ਦੀ ਆਕਸੀਜਨ, ਦੈਟ ਇਜ਼ ਦਾ ਮੋਸਟ ਇੰਪੋਰਟੈਂਟ ਪਾਰਟ ਹੈਗਾ। ਠੀਕ ਹੈ ਜੀ, ਆਹ ਵਾਲੇ ਹੈਗੇ ਆ ਇਹਦੇ ਫਿਜ਼ੀਕਲ ਕੈਮੀਕਲ ਪ੍ਰੋਪਰਟੀਜ਼ ਹੈ, ਕੁਛ ਫਿਜ਼ੀਕਲ ਪ੍ਰੋਪਰਟੀ ਦੇ ਉੱਤੇ ਕੁਐਸਚਨ ਬਣਦੇ ਆ, ਜਾਂ ਕੈਮੀਕਲ ਪ੍ਰੋਪਰਟੀਜ਼ ਹੈ ਜਿਹਦੇ ਵਿੱਚ ਵਿਲੀਅਮਸਨ ਸਿੰਥੇਸਿਸ ਇੱਕ ਰਿਐਕਸ਼ਨ ਹੈ ਅਤੇ ਉਹਦੀਆਂ ਲਿਮਿਟੇਸ਼ਨ ਹੈ, ਫਾਰਮੇਸ਼ਨ ਆਫ ਈਥਰ ਹੈ ਜਿਹੜਾ ਇੰਪੋਰਟੈਂਟ ਪਾਰਟ ਹੈ ਇੱਕ। ਠੀਕ ਹੈ ਜੀ, ਇਸ ਤੋਂ ਨੈਕਸਟ ਆ ਜਾਂਦਾ ਦੈਟ ਇਜ਼ ਅ ਯੂਨਿਟ 8th ਦੈਟ ਇਜ਼ ਐਲਡੀਹਾਈਡ ਕੀਟੋਨ ਐਂਡ ਕਾਰਬੋਕਸਿਲਿਕ ਐਸਿਡ ਹੈ। ਨੋਮਨਕਲੇਚਰ ਹੈ, ਨੇਚਰ ਆਫ ਕਾਰਬੋਨਾਈਲ ਗਰੁੱਪ ਹੈ, ਮੈਥਡ ਆਫ ਪ੍ਰੈਪਰੇਸ਼ਨ ਆਫ ਫਿਜ਼ੀਕਲ ਐਂਡ ਕੈਮੀਕਲ ਪ੍ਰੋਪਰਟੀਜ਼ ਹੈ, ਮੈਕੈਨਿਜ਼ਮ ਆਫ ਨਿਊਕਲੀਓਫਿਲਿਕ ਐਡੀਸ਼ਨ ਹੈ, ਰਿਐਕਟੀਵਿਟੀ ਆਫ ਅਲਫਾ ਹਾਈਡਰੋਜਨ ਹੈ, ਐਲਡੀਹਾਈਡ ਯੂਜ਼ ਓਨਲੀ ਹੈ, ਕਾਰਬੋਕਸਿਲਿਕ ਐਸਿਡ ਹੈ, ਉਹਨਾਂ ਦੀ ਨੇਚਰ ਹੈ, ਮੈਥਡ ਆਫ ਪ੍ਰੈਪਰੇਸ਼ਨ ਹੈ, ਪ੍ਰੋਪਰਟੀਜ਼ ਉਹਨਾਂ ਦੀਆਂ ਪੁੱਛੀਆਂ ਹੋਈਆਂ, ਆਰਗੈਨਿਕ ਕੰਪਾਊਂਡ ਕੰਟੇਨਿੰਗ ਨਾਈਟ੍ਰੋਜਨ ਆਪਾਂ ਐਲਡੀਹਾਈਡ ਕੀਟੋਨ ਕਾਰਬੋਕਸਿਲਿਕ ਐਸਿਡ ਦੇ ਵਿੱਚ ਦੇਖਿਆ ਜਾਵੇ ਤੇ ਇਹਨਾਂ ਦੇ ਵਿੱਚ ਮੋਸਟਲੀ ਕੀ ਹੈਗੇ ਡਿਟੈਕਸ਼ਨ ਟੈਸਟ ਹੁੰਦੇ ਆ ਜਿਹੜੇ ਵਾਰ ਪੁੱਛੇ ਜਾਂਦੇ ਆ। ਫਿਰ ਐਸਿਡਿਕ ਨੇਚਰ ਦਾ ਐਲਡੀਹਾਈਡ ਦੇ ਕੀਟੋਨ ਦਾ ਹੁੰਦਾ ਡਿਟੈਕਸ਼ਨ ਟੈਸਟ ਹੈ, ਕਾਰਬੋਕਸਿਲਿਕ ਐਸਿਡ ਦਾ ਐਸਿਡਿਕ ਨੇਚਰ ਜ਼ਿਆਦਾ ਪੁੱਛੀ ਜਾਂਦੀ ਹੈਗੀ ਹੈ, ਜਿਹੜੇ ਅਲਫਾ ਹਾਈਡਰੋਜਨ ਹੈ ਜਿਹਨੂੰ HVZ ਰਿਐਕਸ਼ਨ ਵੀ ਵਿੱਚ ਆ ਜਾਂਦੀ ਹੈ, ਹੈਲਵੋਲਾਰ ਜਲੰਸਕੀ ਰਿਐਕਸ਼ਨ ਜਿਹੜੀ ਹਮੇਸ਼ਾ ਬਾਰ ਪੁੱਛੀ ਜਾਂਦੀ ਹੈ, ਕਦੇ HVZ ਨੇਮਿੰਗ ਕਰਕੇ ਕਦੇ ਕੁਛ ਕਰਕੇ, ਤਾਂ ਇਹਦੇ ਵਿੱਚ ਨੇਮਿੰਗ ਵੀ ਹੈ ਅਤੇ ਕੁਛ ਰਿਐਕਸ਼ਨ ਆ ਜਾਂਦੀਆਂ ਜਿਸ ਤਰ੍ਹਾਂ ਕੋਲਵੇਜ਼ ਹੈ, ਰੀਮਰ ਟੀਮਰ ਹੈ, ਕੁਛ ਇੰਪੋਰਟੈਂਟ ਰਿਐਕਸ਼ਨ ਹੈਗੇ ਆ ਇਹ ਵਾਲੀਆਂ ਜਿਹੜੇ ਆ ਜਾਂਦੇ ਆ। ਬਾਕੀ ਇਹਦੇ ਵਿੱਚ ਕੁਛ ਨੇਮਿੰਗ ਰਿਐਕਸ਼ਨ ਵੀ ਟਾਰਡ ਰਿਐਕਸ਼ਨ ਆ ਜਾਂਦੇ ਆ, ਕੀਟੋਨ ਦੇ ਆ ਜਾਂਦੇ ਆ, ਆਈਡੋਫੋਰਮ ਟੈਸਟ ਆ ਜਾਂਦੇ ਆ, ਕੀਟੋਨ ਐਲਡੀਹਾਈਡ ਦੇ ਡਿਟੈਕਸ਼ਨ ਟੋਲਰੈਂਟ ਹੈ, ਫੈਲਿੰਗ ਸੋਲਿਊਸ਼ਨ ਹੈ ਸਾਡੇ ਕੋਲ, ਇਹ ਵਾਲੇ ਇਹਦੇ ਵਿੱਚ ਆ ਜਾਂਦੇ ਆ ਜਿਹੜੇ ਅਗੇਨ ਮੋਸਟ ਇੰਪੋਰਟੈਂਟ ਪਾਰਟ ਹੈਗੇ ਆ, ਉਹ ਵੀ ਆਪਾਂ ਕਰਾਂਗੇ। ਠੀਕ ਹੈ ਜੀ, ਨੈਕਸਟ ਹੈ 9th ਚੈਪਟਰ ਦੈਟ ਇਜ਼ ਦਾ ਆਰਗੈਨਿਕ ਕੰਪਾਊਂਡ ਕੰਟੇਨਿੰਗ ਨਾਈਟ੍ਰੋਜਨ ਐਟਮ, ਦੈਟ ਇਜ਼ ਦ ਨੋਮਨਕਲੇਚਰ ਕਲਾਸੀਫਿਕੇਸ਼ਨ ਆਫ ਸਟਰਕਚਰ ਹੈ, ਦੈਟ ਇਜ਼ ਮੈਥਡ ਆਫ ਪ੍ਰੈਪਰੇਸ਼ਨ ਹੈ, ਫਿਜ਼ੀਕਲ ਐਂਡ ਕੈਮੀਕਲ ਪ੍ਰੋਪਰਟੀਜ਼ ਹੈ, ਆਈਡੈਂਟੀਫਿਕੇਸ਼ਨ ਆਫ ਪ੍ਰਾਇਮਰੀ ਸੈਕੰਡਰੀ ਐਂਡ ਟਰਸ਼ਰੀ ਅਮਾਈਨ ਹੈ, ਅਗੇਨ ਵਨ ਆਫ ਦਾ ਮੋਸਟ ਇੰਪੋਰਟੈਂਟ 1 ਕੁਐਸਚਨ ਦੈਟ ਇਜ਼ IUPAC ਨੇਮਿੰਗ, ਦੈਟ ਇਜ਼ ਨੋਮਨਕਲੇਚਰ ਆਫ ਨਾਈਟ੍ਰੋਜਨ ਕੰਟੇਨਿੰਗ ਕੰਪਾਊਂਡ। ਕਿਉਂਕਿ ਮੋਸਟਲੀ ਕੀ ਕਰਦੇ ਆ ਕਿ ਬੱਚੇ ਸੋਚਦੇ ਆ ਕਿ ਇਸ ਚੀਜ਼ ਦੀ, ਇਸ ਸਬਜੈਕਟ ਦੀ, ਇਸ ਟੌਪਿਕ ਦੀ ਜਿਹੜੀ ਨੇਮਿੰਗ ਹੈ ਉਹ ਉਸੇ ਤਰ੍ਹਾਂ ਹੋਏਗੀ ਜਿਸ ਤਰ੍ਹਾਂ ਕਾਰਬਨ ਕੰਪਾਊਂਡ ਦੀ ਹੁੰਦੀ ਹੈ, ਬਟ ਇਹਦੇ ਵਿੱਚ ਲਿਟਲ ਡਿਫਰੈਂਸ ਆ ਜਾਂਦਾ ਗਾ IUPAC ਨੇਮਿੰਗ ਦੇ ਵਿੱਚ, ਨੋਮਨਕਲੇਚਰ ਦੇ ਵਿੱਚ, ਇਸ ਕਰਕੇ ਪੇਪਰ ਦੇ ਵਿੱਚ ਇਹਦੀ ਨੇਮਿੰਗ ਪੁੱਛਣਾ ਜਿਹੜਾ ਹੈਗਾ ਗਾ ਮੋਸਟ ਇੰਪੋਰਟੈਂਟ ਬਣ ਜਾਂਦਾ ਗਾ, ਉੱਥੇ ਹੀ ਬੱਚੇ ਗਲਤੀ ਕਰਦੇ ਆ, ਉਹੀ ਪਾਰਟ ਪੁੱਛਿਆ ਜਾਂਦਾ। ਅਤੇ ਇਹਦੇ ਵਿੱਚ ਡਿਟੈਕਸ਼ਨ ਟੈਸਟ ਹੈ, ਦੈਟ ਇਜ਼ ਪ੍ਰਾਇਮਰੀ ਸੈਕੰਡਰੀ ਟਰਸ਼ਰੀ ਅਮਾਈਨ ਦੇ ਜਿਹੜੇ ਹਿੰਜ਼ਬਰਗ ਟੈਸਟ ਹੈ, ਜਾਂ ਫਿਰ ਸਾਇਨਾਈਡ ਆਈਸੋਸਾਇਨਾਈਡ ਜਿਸ ਤਰ੍ਹਾਂ ਹੈਗੇ, ਡਾਈਜ਼ੋਨੀਅਮ ਸਾਲਟ ਦੀਆਂ ਪ੍ਰੋਪਰਟੀਜ਼ ਹੈ ਜਿਹੜੀਆਂ ਡਾਈਜ਼ੋਨੀਅਮ ਸਾਲਟ ਦੀਆਂ ਪ੍ਰੋਪਰਟੀਜ਼ ਹੈਗੀਆਂ, ਜਿਹੜੇ ਸੈਂਡਮੀਅਰ ਰਿਐਕਸ਼ਨ ਹੈਗਾ, ਜ਼ੈਟਰਮੈਨ ਰਿਐਕਸ਼ਨ ਹੈ, ਸਾਡੇ ਕੋਲ ਆਹ 2 ਇੰਪੋਰਟੈਂਟ ਰਿਐਕਸ਼ਨ ਹੈਗੀਆਂ ਇਹਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਜਿਸ ਤਰ੍ਹਾਂ ਸਟੀਫਨ ਰਿਡਕਸ਼ਨ ਵੀ ਆ ਜਾਂਦੀ ਹੈਗੀ ਹੈ, ਵੋਲਫ-ਕਿਸ਼ਨਰ ਰਿਡਕਸ਼ਨ ਵੀ ਆ ਜਾਂਦੀ ਹੈਗੀ ਹੈ, ਇਸ ਚੈਪਟਰ ਦੇ ਵਿੱਚ ਆ ਜਾਂਦੀ ਹੈ। ਇਹ ਜਿਹੜੇ ਹੈਗੇ ਆ ਇੰਪੋਰਟੈਂਟ ਕੁਐਸਚਨਸ ਹੈਗੇ। ਠੀਕ ਹੈ, ਹੌਫਮੈਨ ਅਮੋਨੋਲਿਸਿਸ ਰਿਐਕਸ਼ਨ ਹੈਗੇ, ਇਹ ਵਾਲੇ ਆਪਾਂ ਇਹਦੇ ਵਿੱਚ ਕਰਾਂਗੇ। ਨੈਕਸਟ ਲਾਸਟ 1 ਚੈਪਟਰ ਦੈਟ ਇਜ਼ ਬਾਇਓਮੋਲੀਕੂਲ ਆ ਜਾਂਦਾ। ਬਾਇਓਮੋਲੀਕੂਲ ਚੈਪਟਰ ਅਗੇਨ ਇਹਦੇ ਵਿੱਚ ਕਲਾਸੀਫਿਕੇਸ਼ਨ ਹੈ, ਐਲਡੋਜ਼, ਮੋਨੋਸੈਕਰਾਈਡ, ਗਲੂਕੋਜ਼, ਫਰਕਟੋਜ਼, ਓਲੀਗੋਸੈਕਰਾਈਡਸ, ਕਲਾਸੀਫਿਕੇਸ਼ਨ ਉਹਦੀਆਂ ਕੀਤੀਆਂ ਹੋਈਆਂ ਗਈਆਂ। ਠੀਕ ਹੈ, ਉਹ ਵਾਲਾ ਪਾਰਟ ਹੈਗਾ। ਐਂਡ ਲਾਸਟ ਵਿੱਚ ਪ੍ਰੋਟੀਨ ਹੈ, ਐਲੀਮੈਂਟਰੀ ਆਈਡੀਆ ਆਫ ਅਮਾਈਨੋ ਐਸਿਡ ਹੈ, ਪੈਪਟਾਈਡ ਬੌਂਡ ਹੈ, ਪੋਲੀਪੈਪਟਾਈਡ ਹੈ, ਪ੍ਰੋਟੀਨ ਹੈ, ਪ੍ਰਾਇਮਰੀ ਸਟਰਕਚਰ ਹੈ, ਸੈਕੰਡਰੀ ਸਟਰਕਚਰ ਹੈ, ਟਰਸ਼ਰੀ ਸਟਰਕਚਰ ਹੈ, ਕੁਆਟਰਨਰੀ ਸਟਰਕਚਰ ਹੈ, ਐਂਡ ਡੀਨੈਚੁਰੇਸ਼ਨ ਆਫ ਪ੍ਰੋਟੀਨ ਹੈ, ਅਤੇ ਐਂਡ ਵਿਟਾਮਿਨਸ ਹੈਗੇ, ਕਲਾਸੀਫਿਕੇਸ਼ਨ ਹੈ, ਫੰਕਸ਼ਨ, ਹਾਰਮੋਨਸ, ਐਲੀਮੈਂਟਰੀ ਆਈਡੀਆ, ਐਂਡ ਨਿਊਕਲਿਕ ਐਸਿਡ, RNA ਐਂਡ DNA। ਮੋਸਟ ਪ੍ਰੋਬੇਬਲੀ ਸਾਨੂੰ ਸਾਰਿਆਂ ਨੂੰ ਪਤਾ RNA DNA ਹਮੇਸ਼ਾ ਪੇਪਰ ਦੇ ਵਿੱਚ ਦਿਖਦੇ ਆ ਸਾਨੂੰ, ਚਾਹੇ ਉਹ ਡਿਫਰੈਂਸ ਦੀ ਫਾਰਮ 'ਚ ਹੋਵੇ, ਚਾਹੇ ਉਹ ਫੁੱਲ ਫਾਰਮ ਦੀ ਫਾਰਮ ਦੇ ਵਿੱਚ ਹੋਵੇ, ਚਾਹੇ ਇਹਨਾਂ ਦੀ ਐਗਜ਼ਾਮਪਲ ਕੋਈ ਪੁੱਛੀ ਹੋਵੇ। ਠੀਕ ਹੈ ਜੀ, ਐਂਡ ਲਾਸਟ ਵਾਲੇ ਜਿਹੜੇ ਆਪਾਂ ਪਿੱਛੇ ਕੀਤਾ ਹੈਗਾ ਦੈਟ ਇਜ਼ ਇਹਦੇ ਵਿੱਚ ਕੀਤਾ ਹੈਗਾ ਗਲੂਕੋਜ਼ ਅਤੇ ਫਰਕਟੋਜ਼ ਹੈ, ਉਹ ਵਾਲੇ ਪੁੱਛੇ ਹੁੰਦੇ ਆ, ਉਹਨਾਂ ਦੀ ਸਟਰਕਚਰ ਹੈ, ਜਾਂ ਫਿਰ ਸੈਕਰਾਈਡਸ ਹੈਗੇ ਆ, ਉਹ ਪੁੱਛੇ ਹੁੰਦੇ ਆ ਪੇਪਰ ਦੇ ਵਿੱਚ। ਇਹ ਸੀ ਸਾਡੇ ਜਿਹੜੇ ਸਭ ਤੋਂ ਇੰਪੋਰਟੈਂਟ ਪਾਰਟ ਹੈਗੇ ਆ ਕੈਮਿਸਟਰੀ ਦੇ। ਇਹ ਸਾਡੇ ਪੇਪਰ ਦੇ ਵਿੱਚ ਇਸੇ ਤਰ੍ਹਾਂ ਇਹਦਾ ਪੋਰਸ਼ਨ ਹੋਏਗਾ। ਅਸੀਂ ਹਰ ਇੱਕ ਪੇਪਰ, ਹਰ ਇੱਕ ਚੈਪਟਰ ਜਿਹੜਾ ਹੈਗਾ ਬਿਲਕੁਲ ਅਕੋਰਡਿੰਗ ਟੂ ਬੋਰਡ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ, ਉਹਦੇ ਕੁਐਸਚਨ ਆਨਸਰ ਦੇ ਅਕੋਰਡਿੰਗ, ਉਹਦੇ MCQ ਦੇ, ਉਹਦੇ ਟਰੂ ਫੋਲਸ ਦੇ ਅਕੋਰਡਿੰਗ ਸਾਰਾ ਕੁਛ ਕਰਾਂਗੇ। ਅਤੇ ਸਾਰੇ ਵੱਧ ਤੋਂ ਵੱਧ ਐਫਰਟ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਬੱਚੇ ਇਸ ਲਈ ਆਪਣੀ ਆਪਣੀ ਕੋਸ਼ਿਸ਼ ਪੂਰੀ ਕਰਨਗੇ ਅਤੇ ਇਸ ਚੀਜ਼ ਦਾ ਸਾਰਾ ਫਾਇਦਾ ਲੈਣਗੇ, ਤਾਂ ਪੇਪਰ ਦੇ ਵਿੱਚ 100 ਆਊਟ ਆਫ 100 ਮਾਰਕਸ ਲੈ ਕੇ ਵਨ ਆਫ ਦਾ ਬੈਸਟ ਪੋਜੀਸ਼ਨ ਬਣਾਉਣਗੇ ਆਪਣੀ ਪੰਜਾਬ ਦੇ ਵਿੱਚ। ਤੋ ਮੇਰਾ ਸਾਰਿਆਂ ਬੱਚਿਆਂ ਦੇ ਲਈ ਆਲ ਦੀ ਬੈਸਟ ਹੈ, ਸਾਰਿਆਂ ਦੇ ਲਈ ਬੈਸਟ ਵਿਸ਼ੇਜ਼ ਹੈ ਸਾਰਿਆਂ ਬੱਚਿਆਂ ਲਈ, ਕਿ ਸਾਰੇ ਬੱਚੇ ਆਪਣੀ ਫੁੱਲ ਐਫਰਟ ਦੇ ਨਾਲ ਆਪਣਾ ਆਪ ਨੂੰ 100% ਦੇਣਗੇ। ਥੈਂਕ ਯੂ ਬੱਚੇ।